ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਜੋ ਚਾਹੋ ਸੋ ਪਾਓ, ਲੇਖਕ ਸਵੇਟ ਮਾਡਨ। ਲੇਖ ਦਾ ਨਾਮ ਭਾਗ ਵਿਧਾਤਾ ਕੌਣ। ਕਿਸਮਤ ਵਿੱਚ ਯਕੀਨ ਕਰਨ ਵਾਲੇ ਇਸ ਵੀਡੀਓ ਨੂੰ ਸਾਰਾ ਜ਼ਰੂਰ ਦੇਖਣ। ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਵੁਡਸਵਰਥ ਕਹਿੰਦੇ ਹਨ ਕਿ ਕਿਸਮਤ ਕੀ ਈਸ਼ਵਰ ਦੇ ਹੱਥ ਹੈ? ਨਹੀਂ, ਆਲਸੀਆਂ ਦਾ ਨਾਰਾ ਹੈ ਇਹ। ਅਰਸਤੂ ਕਹਿੰਦੇ ਹਨ ਅਸੀਂ ਆਪਣੇ ਭਾਗ ਵਿਧਾਤਾ ਖੁਦ ਹਾਂ। ਹੁਣ ਇਸ ਤੋਂ ਅੱਗੇ ਫਿਰ ਸਵੇਟ ਮਾਡਨ ਦੀ ਲਿਖਤ ਸ਼ੁਰੂ ਹੁੰਦੀ ਹੈ। ਹਰ ਇੱਕ ਵਿਅਕਤੀ ਦਾ ਰਹਿਣ ਸਹਿਣ ਅਲੱਗ-ਅਲੱਗ ਹੁੰਦਾ ਹੈ, ਉਸ ਦੇ ਕਿਰਿਆਕਲਾਪ ਅਲੱਗ-ਅਲੱਗ ਹੁੰਦੇ ਹਨ। ਕੋਈ ਲੱਖਪਤੀ ਹੈ ਤਾਂ ਕਿਸੇ ਦੇ ਕੋਲ ਖਾਣ ਦੇ ਲਈ ਪੈਸੇ ਵੀ ਨਹੀਂ ਹਨ। ਕੋਈ 1000 ਪਾਉਂਡ ਮਹੀਨਾ ਕਮਾ ਰਿਹਾ ਹੈ ਤੇ ਕਈ 9 ਪਾਉਂਡ ਹੀ ਮਹੀਨਾ ਕਮਾਉਂਦੇ ਹਨ। ਇਹ ਫਰਕ ਕਿਉਂ ਹੈ? ਜਿਸ ਦਾ ਜਲਦੀ ਜਵਾਬ ਦੇਣਾ ਹੋਵੇ ਤਾਂ ਜਵਾਬ ਹੈ ਆਪਣੀ ਕਿਸਮਤ। ਇਸ ਕਿਸਮਤ ਨੇ ਮਨੁੱਖ ਨੂੰ ਜਿੰਨਾ ਗੁੰਮਰਾਹ ਕਰ ਰੱਖਿਆ ਹੈ ਓਨਾ ਕਿਸੇ ਹੋਰ ਗੱਲ ਨੇ ਨਹੀਂ ਕੀਤਾ ਹੈ। ਇਸ ਕਿਸਮਤਵਾਦ ਦੀ ਉਤਪਤੀ ਕਿੱਥੋਂ ਹੋਈ? ਇਸ ਦਾ ਕੁਝ ਇਤਿਹਾਸ ਨਹੀਂ ਹੈ, ਪਰ ਇੰਨਾ ਅਵੱਸ਼ ਹੈ ਕਿ ਕੁਝ ਨਿਕੰਮੇ ਲੋਕਾਂ ਨੇ ਹੀ ਇਸ ਦਾ ਪ੍ਰਚਲਨ ਕੀਤਾ ਹੋਵੇਗਾ। ਜੋ ਕੋਈ ਕੰਮ ਨਹੀਂ ਕਰਦੇ, ਮਿਹਨਤ ਤੋਂ ਘਬਰਾਉਂਦੇ ਹਨ ਅਤੇ ਜਿਨ੍ਹਾਂ ਦੀ ਇੱਕਮਾਤਰ ਇੱਛਾ ਇਹ ਰਹਿੰਦੀ ਹੈ ਕਿ ਉਹਨਾਂ ਦੇ ਕੋਲ ਮੁਫਤ ਵਿੱਚ ਸਭ ਕੁਝ ਚਲਿਆ ਆਵੇ, ਉਹੀ ਕਿਸਮਤ ਦੀ ਗੱਲ ਕਰਦੇ ਹਨ। ਕੀ ਕਰੀਏ ਯਾਰ, ਮੇਰੀ ਤਕਦੀਰ ਹੀ ਐਸੀ ਹੈ। ਦੂਜੇ ਨੂੰ ਤਰੱਕੀ ਕਰਦੇ ਦੇ ਕੇ, ਖੁਸ਼ਹਾਲ ਦੇ ਕੇ ਉਹ ਕਹਿੰਦੇ ਹਨ ਉਸ ਦੀ ਕਿਸਮਤ ਤੇਜ਼ ਹੈ। ਇਹ ਕਿਸਮਤ ਕੀ ਬਲਾ ਹੈ? ਮੈਂ ਅੱਜ ਤੱਕ ਨਹੀਂ ਸਮਝ ਸਕਿਆ। ਕਿਸਮਤ ਦੀ ਜਦੋਂ ਕੋਈ ਗੱਲ ਕਰਦਾ ਹੈ ਤਾਂ ਮੈਨੂੰ ਲੂੰਬੜੀ ਦਾ ਕਿੱਸਾ ਜ਼ਰੂਰ ਯਾਦ ਆਉਂਦਾ ਹੈ, ਜਿਸ ਨੇ ਅੰਗੂਰ ਨਾ ਪਾ ਸਕਣ ਦੇ ਕਾਰਨ ਉਹਨਾਂ ਨੂੰ ਖੱਟਾ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਉਹ ਅਸਲ ਵਿੱਚ ਮਿੱਠੇ ਸਨ। ਉਹਨਾਂ ਨੂੰ ਨਾ ਪਾ ਕੇ ਉਸਨੇ ਇਹ ਮੰਨ ਕੇ ਸੰਤੋਸ਼ ਕਰ ਲਿਆ ਸੀ ਕਿ ਉਹ ਖੱਟੇ ਹਨ। ਇਸੇ ਪ੍ਰਕਾਰ ਕਿਸਮਤਵਾਦੀ ਮਨੁੱਖ ਸਭ ਕੁਝ ਪਾਉਣ ਦੀ ਸਮਰੱਥਾ ਰੱਖਣ ਦੇ ਬਾਵਜੂਦ ਆਲਸ ਦੇ ਕਾਰਨ ਜਾਂ ਕੰਮ ਚੋਰੀ ਦੇ ਕਾਰਨ ਕਿਸਮਤ ਦੀ ਗੱਲ ਮੰਨ ਕੇ ਪਿਆ ਰਹਿ ਜਾਂਦਾ ਹੈ। ਜਿਸ ਦੀ ਕਿਸਮਤ ਤੁਸੀਂ ਤੇਜ਼ ਮੰਨਦੇ ਹੋ, ਉਸ ਦੇ ਗਿਰੇਬਾਨ ਵਿੱਚ ਆਪਣਾ ਮੂੰਹ ਪਾ ਕੇ ਤਾਂ ਦੇਖੋ, ਕੀ ਉਹ ਕਿਸਮਤ ਦੇ ਬਲ ਤੇ ਹੀ ਇਹਨਾਂ ਸਭ ਕੁਝ ਪਾ ਸਕਿਆ ਹੈ? ਪੁੱਛੋ ਉਸ ਨੂੰ, ਦੇਖੋ ਉਸ ਦੀ ਨਿਤ ਕਿਰਿਆ, ਰਾਤ ਦਿਨ ਕਿੰਨੀ ਕਠੋਰ ਮਿਹਨਤ ਕਰਕੇ ਉਸਨੇ ਆਪਣੇ ਆਪ ਨੂੰ ਇਸ ਪ੍ਰਕਾਰ ਬਣਾਇਆ ਹੈ। ਫਿਰ ਤੁਹਾਨੂੰ ਪਤਾ ਚੱਲੇਗਾ ਕਿ ਮਨੁੱਖ ਆਪਣਾ ਭਾਗ ਆਪਣੇ ਹੱਥੀਂ ਬਣਾਉਂਦਾ ਹੈ। ਜੋ ਕੁਝ ਵੀ ਉਸ ਦੇ ਕੋਲ ਹੁੰਦਾ ਹੈ ਆਪਣੇ ਕਰਮਾਂ ਅਤੇ ਸੂਝ-ਬੂਝ ਦਾ ਫਲ ਹੁੰਦਾ ਹੈ। ਤੁਸੀਂ ਅਜਿਹਾ ਨਹੀਂ ਕਰ ਪਾਉਂਦੇ ਹੋ, ਇਸ ਕਾਰਨ ਤੁਹਾਡੀ ਦਸ਼ਾਹੀਣ ਹੈ। ਇਹ ਇੱਕ ਅਜਿਹਾ ਸੱਚ ਹੈ ਜਿਸ ਨੂੰ ਤੁਸੀਂ ਖੁਦ ਸਵੀਕਾਰ ਕਰੋਗੇ। ਇਸ ਲਈ ਸੂਝ-ਬੂਝ ਅਤੇ ਕਰਮ ਦੀ ਸਫਲਤਾ ਨੂੰ ਨਿਕੰਮੇ ਈਰਖਾਲੂ ਲੋਕਾਂ ਨੇ ਕਿਸਮਤ ਦਾ ਨਾਂ ਦਿੱਤਾ ਹੈ। ਇਸ ਪ੍ਰਕਾਰ ਕਿਸਮਤ ਦਾ ਪ੍ਰਚਲਨ ਹੋ ਗਿਆ। ਕਿਸਮਤ ਦੀ ਇਸ ਪ੍ਰਕਾਰ ਰਚਨਾ ਕਰਨ ਦੇ ਬਾਅਦ ਉਸ ਦਾ ਵਿਧਾਤਾ ਈਸ਼ਵਰ ਬਣਾ ਦਿੱਤਾ ਗਿਆ। ਇਹ ਦਲੀਲ ਦਿੱਤੀ ਜਾਣ ਲੱਗੀ ਕਿ ਜੋ ਕੁਝ ਈਸ਼ਵਰ ਨੇ ਕਿਸਮਤ ਵਿੱਚ ਲਿਖ ਰੱਖਿਆ ਹੈ ਉਹੀ ਹੋਵੇਗਾ। ਆਦਮੀ ਦਾ ਆਪਣੀ ਕਿਸਮਤ ਦੇ ਅੱਗੇ ਵੱਸ ਨਹੀਂ ਚੱਲਦਾ। ਇਸ ਦੇ ਸਬੂਤ ਵਜੋਂ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾਣ ਲੱਗੀਆਂ। ਇਸ ਪ੍ਰਕਾਰ ਕਿਸਮਤ ਦੇ ਨਾਂ ਤੇ ਇੱਕ ਬਹੁਤ ਵੱਡਾ ਵਰਗ ਗੁੰਮਰਾਹ ਕਰ ਦਿੱਤਾ ਗਿਆ। ਮਨੁੱਖ ਨੇ ਕਿਸਮਤ ਦੀ ਗੱਲ ਕਰਕੇ ਆਪਣਾ ਪ੍ਰਗਤੀ ਪਥ ਖੁਦ ਰੋਕ ਲਿਆ ਹੈ। ਇਹ ਕਿਸਮਤ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਕਿਸਮਤ ਮਨੁੱਖ ਨੂੰ ਕੁਝ ਨਹੀਂ ਕਰਨ ਦਿੰਦੀ, ਉਸ ਨੂੰ ਨਿਕੰਮਾ ਬਣਾ ਦਿੰਦੀ ਹੈ। ਕਿਸੇ ਕੰਮ ਵਿੱਚ ਹੱਥ ਪਾਉਣ ਤੇ ਅਸਫਲਤਾ ਦੇ ਕਾਰਨ ਉਹ ਇਹ ਗੱਲ ਮੰਨ ਲੈਂਦਾ ਹੈ ਕਿ ਕਿਸਮਤ ਸਾਥ ਨਹੀਂ ਦੇ ਰਹੀ। ਫਿਰ ਉਸ ਕੰਮ ਵਿੱਚ ਹੱਥ ਨਹੀਂ ਲਗਾਉਂਦਾ, ਕੰਮ ਹੀ ਛੱਡ ਦਿੰਦਾ ਹੈ। ਭਾਵੇਂ ਉਸ ਅਸਫਲਤਾ ਦੇ ਬਾਵਜੂਦ ਉਸ ਕੰਮ ਵਿੱਚ ਹੱਥ ਪਾਈ ਰੱਖਣ ਤੇ ਸਫਲਤਾ ਨਿਸ਼ਚਿਤ ਹੀ ਹੋਵੇ। ਇੱਥੇ ਹੀ ਆਦਮੀ ਸਭ ਤੋਂ ਵੱਡਾ ਧੋਖਾ ਖਾਂਦਾ ਹੈ। ਹੀਰੇ ਦੀ ਖੋਜ ਲਈ ਇੱਕ ਆਦਮੀ ਨੇ ਥੋੜੀ ਜਿਹੀ ਜ਼ਮੀਨ ਲਈ। ਜਦੋਂ ਕਾਫੀ ਖੁਦਾਈ ਦੇ ਬਾਅਦ ਕੁਝ ਨਾ ਹੱਥ ਲੱਗਿਆ ਤਾਂ ਉਸਨੇ ਛੱਡ ਦਿੱਤੀ। ਦੂਸਰੇ ਨੇ ਲਈ, ਥੋੜਾ ਜਿਹਾ ਹੋਰ ਖੋਦਣ ਤੇ ਦੂਸਰੇ ਨੂੰ ਇੱਕ ਵੱਡਾ ਹੀਰਾ ਮਿਲ ਗਿਆ। ਹੁਣ ਤੁਸੀਂ ਇਸ ਨੂੰ ਕੀ ਕਹੋਗੇ? ਕਿਸਮਤ? ਪਹਿਲਾਂ ਵਾਲਾ ਠੇਕੇਦਾਰ ਆਪਣੇ ਆਲਸ, ਆਪਣੇ ਨਿਕੰਮੇਪਣ, ਆਪਣੀ ਕਾਹਲ ਤੇ ਇਸ ਨੂੰ ਕਿਸਮਤ ਦਾ ਨਾਂ ਦੇ ਕੇ ਪਰਦਾ ਪਾ ਦੇਵੇਗਾ। ਤਕਦੀਰ ਵਿੱਚ ਨਹੀਂ ਸੀ, ਮਿਲਦਾ ਕਿਵੇਂ? ਜਿਸ ਦੀ ਤਕਦੀਰ ਵਿੱਚ ਸੀ ਉਸ ਨੂੰ ਮਿਲ ਗਿਆ। ਇਸ ਪ੍ਰਕਾਰ ਦੀਆਂ ਧਾਰਨਾਵਾਂ ਸਿਰਫ ਨਿਰਬਲ ਮਨ ਅਤੇ ਮਿਹਨਤ ਅਤੇ ਸੰਕਲਪ ਤੋਂ ਡਰਨ ਵਾਲੇ ਲੋਕ ਕਰਿਆ ਕਰਦੇ ਹਨ। ਕਿਸਮਤ ਅਸਲ ਵਿੱਚ ਇੱਕ ਧੋਖਾ ਅਤੇ ਆਪਣੀ ਅਸਫਲਤਾ ਦੇ ਪਰਦਾ ਪਾਉਣ ਦਾ ਇੱਕ ਬਹਾਨਾ ਮਾਤਰ ਹੈ। ਇਸ ਲਈ ਕਿਸਮਤ ਦੀ ਗੱਲ ਤੇ ਵਿਸ਼ਵਾਸ ਕਰਨ ਦੀ ਸਲਾਹ ਮੈਂ ਕਦੇ ਨਹੀਂ ਦੇ ਸਕਦਾ। ਹੀਰੇ ਵਾਲੇ ਮਾਮਲੇ ਵਿੱਚ ਪਹਿਲੇ ਦਾ ਨਿਰਾਸ਼ ਹੋ ਜਾਣਾ, ਅਸਫਲਤਾ ਨੂੰ ਸੱਚ ਮੰਨ ਲੈਣਾ, ਆਪਣੇ ਕੰਮ ਤੋਂ ਮੂੰਹ ਚੁਰਾਉਣਾ ਹੀ ਉਸ ਦੀ ਹਾਨੀ ਦਾ ਕਾਰਨ ਬਣ ਗਿਆ ਹੈ। ਇੱਕ ਹੋਰ ਘਟਨਾ ਹੈ। ਕਿਸੇ ਮੁਟਿਆਰ ਨੇ ਜੋ ਅਣਵਿਆਹੀ ਸੀ, ਆਪਣੇ ਨਾਜਾਇਜ਼ ਸਬੰਧ ਦੇ ਕਾਰਨ ਉਤਪੰਨ ਬੱਚੇ ਨੂੰ ਸਮਾਜ ਦੇ ਡਰ ਤੋਂ ਚੁੱਪਚਾਪ ਰਾਤ ਦੇ ਆਖਰੀ ਪਹਿਰ ਵਿੱਚ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ। ਨਵਜਾਤ ਸ਼ਿਸ਼ੂ ਜੀਵਤ ਸੀ, ਹੱਥ ਪੈਰ ਮਾਰ ਰਿਹਾ ਸੀ। ਸਵੇਰ ਹੁੰਦਿਆਂ ਹੀ ਰਾਹਗੀਰਾਂ ਦੀ ਉਸ ਉੱਤੇ ਨਜ਼ਰ ਗਈ। ਭੀੜ ਲੱਗ ਗਈ। ਉਦੋਂ ਹੀ ਇੱਕ ਈਸਾਈ ਔਰਤ ਉੱਥੋਂ ਦੀ ਨਿਕਲੀ। ਭੀੜ ਦੇ ਕੇ ਆਪਣੀ ਕਾਰ ਵਿੱਚੋਂ ਉਤਰ ਆਈ। ਉਸਨੇ ਸਾਰਾ ਨਜ਼ਾਰਾ ਦੇਖਿਆ, ਦ੍ਰਿਸ਼ ਸਮਝਿਆ ਤੇ ਨਵਜਾਤ ਸ਼ਿਸ਼ੂ ਨੂੰ ਉਠਾ ਕੇ ਉਹ ਚੱਲਦੀ ਬਣੀ।
ਉਸਨੇ ਬੱਚਿਆਂ ਦੇ ਲਈ ਆਸਰਾ ਦੇਣ ਲਈ ਆਸ਼ਰਮ ਖੋਲ੍ਹ ਰੱਖਿਆ ਸੀ। ਨਜਾਇਜ਼ ਅਨਾਥ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ। ਜਨ ਸਹਿਯੋਗ ਮਿਲਦਾ ਸੀ। ਸੰਤਾਨਹੀਣ ਜੋੜੇ ਉਸ ਸੰਸਥਾ ਵਿੱਚ ਆਉਂਦੇ ਅਤੇ ਜੇ ਕੋਈ ਬੱਚਾ ਜੱਚ ਜਾਇਆ ਕਰਦਾ ਸੀ ਤਾਂ ਉਸ ਨੂੰ ਗੋਦ ਲੈ ਲਿਆ ਕਰਦੇ ਸਨ। ਉਹ ਨਵਜਾਤ ਸ਼ਿਸ਼ੂ ਵੀ ਉੱਥੇ ਹੀ ਆਸਰਾ ਪਾ ਗਿਆ। ਕੁਝ ਸਮੇਂ ਬਾਅਦ ਇੱਕ ਜੋੜਾ ਆਇਆ, ਬੱਚਾ ਪਸੰਦ ਆ ਗਿਆ ਅਤੇ ਉਸ ਨੂੰ ਗੋਦ ਲੈ ਲਿਆ ਗਿਆ ਸੀ। ਉਹ ਜੋੜਾ ਕਰੋੜਪਤੀ ਸੀ। ਇਸ ਪ੍ਰਕਾਰ ਅਣਜਾਣੇ ਹੀ ਉਹ ਬੱਚਾ ਕਰੋੜਾਂ ਦੀ ਜਾਇਦਾਦ ਦਾ ਵਾਰਸ ਬਣ ਗਿਆ। ਹੁਣ ਇਸ ਘਟਨਾ ਨੂੰ ਤੁਸੀਂ ਕੀ ਕਹੋਗੇ? ਇਹ ਸ਼ੁੱਧ ਕਿਸਮਤਵਾਦੀ ਘਟਨਾ ਮੰਨੀ ਜਾਵੇਗੀ? ਅਜਿਹੀ ਗੱਲ ਨਹੀਂ ਹੈ। ਹਾਲਤ ਅਤੇ ਸੰਜੋਗ ਇਸ ਦੇ ਕਾਰਨ ਸਨ। ਵੈਸੇ ਕਿਸਮਤਵਾਦੀ ਇਸ ਸਬੰਧ ਵਿੱਚ ਬਰਾਬਰ ਤਰਕ ਕਰਕੇ ਹਾਲਾਤ ਅਤੇ ਸੰਜੋਗ ਦੀ ਵੀ ਉਤਪੱਤੀ ਕਿਸਮਤ ਨਾਲ ਦੱਸ ਦੇਣਗੇ। ਤਰਕ ਤਾਂ ਅਨੰਤ ਹਨ, ਪਰ ਕਿਸਮਤਵਾਦੀ ਬਣਨਾ ਤਾਂ ਠੀਕ ਨਹੀਂ ਹੈ। ਇੱਕ ਪ੍ਰਸ਼ਨ ਤੁਸੀਂ ਖੁਦ ਨੂੰ ਕਰੋ, ਤੁਹਾਡਾ ਭਾਗ ਵਿਧਾਤਾ ਕੌਣ ਹੈ? ਜਦੋਂ ਤੁਸੀਂ ਇਸ ਪ੍ਰਸ਼ਨ ਦਾ ਗੰਭੀਰਤਾਪੂਰਵਕ ਵਿਚਾਰ ਕਰੋਗੇ ਤਾਂ ਤੁਹਾਡੇ ਇਲਾਵਾ ਦੂਸਰਾ ਵਿਅਕਤੀ ਨਹੀਂ ਹੋਵੇਗਾ। ਤੇ ਫਿਰ ਇਸ ਦਾ ਅਰਥ ਇਹ ਰਿਹਾ ਕਿ ਤੁਸੀਂ ਆਪਣੀ ਕਿਸਮਤ ਖੁਦ ਬਣਾ ਜਾਂ ਵਿਗਾੜ ਸਕਦੇ ਹੋ। ਸਭ ਕੁਝ ਤੁਹਾਡੇ ਹੱਥ ਵਿੱਚ ਹੈ ਅਤੇ ਇਸ ਗੱਲੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਅਸੀਂ ਅੱਜ ਜੋ ਕੁਝ ਵੀ ਹਾਂ, ਜਿਸ ਕਿਸੇ ਵੀ ਦਸ਼ਾ ਵਿੱਚੋਂ ਗੁਜ਼ਰ ਰਹੇ ਹਾਂ, ਉਹ ਸਭ ਸਾਡੇ ਹੀ ਕੰਮਾਂ ਦਾ ਨਤੀਜਾ ਹੈ। ਜਰਾ ਸੋਚੋ, ਤੁਸੀਂ ਖੁਦ ਆਪਣੀ ਵਰਤਮਾਨ ਦਸ਼ਾ ਜਾਂ ਹਾਲਤ ਦੇ ਲਈ ਜ਼ਿੰਮੇਵਾਰ ਹੋ। ਇਸ ਦਾ ਦੋਸ਼ ਜਾਂ ਸਿਹਰਾ ਈਸ਼ਵਰ ਜਾਂ ਕਿਸਮਤ ਤੇ ਰੱਖ ਕੇ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਂਦੇ ਹੋ, ਖੁਦ ਨੂੰ ਧੋਖਾ ਦਿੰਦੇ ਹੋ। ਇਸ ਗੱਲ ਨੂੰ ਤੁਸੀਂ ਮੰਨੋਗੇ? ਫਿਰ ਈਸ਼ਵਰ ਕੀ ਹੈ? ਇੱਕ ਵਾਰੀ ਇਹੀ ਪ੍ਰਸ਼ਨ ਇੱਕ ਵਿਅਕਤੀ ਨੇ ਬਰਟਰੈਂਡ ਰਸੇਲ ਤੋਂ ਪੁੱਛਿਆ ਸੀ। ਰਸੇਲ ਦਾ ਜਵਾਬ ਸੀ, ਮਨ ਨੂੰ ਸ਼ਕਤੀ ਦੇਣ ਵਾਲੀ ਇਸ ਅਧਿਆਤਮਕ ਕਲਪਨਾ ਦਾ ਨਾਮ ਈਸ਼ਵਰ ਹੈ। ਈਸ਼ਵਰ ਦਾ ਨਾਮ ਲੈ ਕੇ ਉਸ ਤੇ ਵਿਸ਼ਵਾਸ ਕਰਕੇ ਅਸੀਂ ਮਨ ਵਿੱਚ ਸ਼ਕਤੀ ਨੂੰ ਸੰਜੋ ਕੇ ਹੀ ਕੰਮ ਵਿੱਚ ਲੀਨ ਹੁੰਦੇ ਹਾਂ। ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਸਾਡੇ ਨਾਲ ਈਸ਼ਵਰ ਹੈ। ਅਸੀਂ ਇਸ ਕੰਮ ਵਿੱਚ ਸਫਲ ਹੋਵਾਂਗੇ। ਆਤਮ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਲਈ ਈਸ਼ਵਰ ਦੀ ਹੋਂਦ ਬਣਾਈ ਗਈ ਹੈ। ਇਸ ਦੇ ਨਾਲ ਨਾਲ ਈਸ਼ਵਰ ਦੀ ਕਲਪਨਾ ਮਨੁੱਖ ਨੂੰ ਭੈਭੀਤ ਵੀ ਕਰਦੀ ਹੈ। ਇਕਾਂਤ ਵਿੱਚ ਵੀ ਮਨੁੱਖ ਕੋਈ ਪਾਪ ਜਾਂ ਗਲਤ ਕੰਮ ਨਾ ਕਰ ਸਕੇ, ਇਸੇ ਆਧਾਰ ਤੇ ਉਸ ਨੂੰ ਸਰਵਵਿਆਪੀ ਸਰਵਦ੍ਰਸ਼ਟਾ ਦੱਸਿਆ ਗਿਆ ਹੈ। ਕਣ ਕਣ ਵਿੱਚ ਉਸ ਦਾ ਨਿਵਾਸ ਮੰਨਿਆ ਗਿਆ ਹੈ। ਮਨੁੱਖ ਬਿਲਕੁਲ ਇਕੱਲਾ ਹੈ। ਆਪਣੇ ਇਕਾਂਤ ਉੱਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਕੋਈ ਨਹੀਂ ਦੇਖ ਰਿਹਾ ਹੈ। ਠੀਕ ਇਸੇ ਮੌਕੇ ਦੇ ਲਈ ਈਸ਼ਵਰ ਦੀ ਹੋਂਦ ਬਣਾਈ ਗਈ ਹੈ ਕਿ ਸਾਵਧਾਨ, ਉਹ ਦੇਖ ਰਿਹਾ ਹੋਵੇਗਾ। ਉਹ ਸਰਵਵਿਆਪੀ ਹੈ, ਤੁਹਾਡੇ ਇਸ ਪਾਪ ਨੂੰ ਦੇਖ ਰਿਹਾ ਹੈ। ਮਨੁੱਖ ਨੂੰ ਇਕਾਂਤ ਵਿੱਚ ਵੀ ਭੈੜੇ ਰਸਤੇ ਤੇ ਜਾਣ ਤੋਂ ਰੋਕਣ ਦੇ ਲਈ ਇਹ ਸਿਧਾਂਤ ਹੈ। ਵਾਸਤਵ ਵਿੱਚ ਇਹ ਠੀਕ ਵੀ ਹੈ। ਮਨੁੱਖ ਤੇ ਨਿਯੰਤਰਣ ਰੱਖਣ ਦੇ ਲਈ ਕਿਸੇ ਨਾ ਕਿਸੇ ਸ਼ਕਤੀ ਦੀ ਜ਼ਰੂਰਤ ਤਾਂ ਹੈ ਹੀ। ਇਸੇ ਆਧਾਰ ਤੇ ਈਸ਼ਵਰ ਦਾ ਨਿਰਮਾਣ ਕੀਤਾ ਗਿਆ ਅਤੇ ਇਸੇ ਪ੍ਰਕਾਰ ਅਸਫਲਤਾਵਾਂ ਨੂੰ ਰੋਕਣ ਦੇ ਲਈ, ਆਪਣੇ ਦੋਸ਼ ਤੇ ਪਰਦਾ ਪਾਉਣ ਦੇ ਲਈ ਕਿਸਮਤ ਦਾ ਵੀ ਨਿਰਮਾਣ ਕਰ ਦਿੱਤਾ ਗਿਆ। ਇਸ ਪ੍ਰਸ਼ਨ ਦਾ ਉੱਤਰ ਸਹੀ ਹੈ। ਅਸੀਂ ਖੁਦ ਆਪਣੇ ਭਾਗ ਵਿਧਾਤਾ ਹਾਂ। ਜਿਹੋ ਜਿਹਾ ਅਸੀਂ ਕਰਾਂਗੇ ਵੈਸੇ ਹੀ ਫਲ ਪਾਵਾਂਗੇ। ਇਸੇ ਲਈ ਕਿਸਮਤ ਨੂੰ ਤੁਸੀਂ ਦੋਸ਼ ਨਾ ਦਿਓ। ਕੀੜੀ ਨੂੰ ਦੇਖੋ, ਉਹ ਕਿੰਨੀ ਵਾਰ ਚੜ੍ਹਦੀ ਤੇ ਗਿਰਦੀ ਹੈ। ਜੇ ਉਹ ਕਿਸਮਤਵਾਦੀ ਹੁੰਦੀ ਤਾਂ ਫਿਰ ਚੜ੍ਹ ਹੀ ਨਾ ਪਾਉਂਦੀ। ਲਗਾਤਾਰ ਯਤਨ ਕਰਦੀ ਹੈ, ਸਫਲ ਹੋ ਜਾਂਦੀ ਹੈ। ਉਹ ਕਿਸਮਤ ਨਹੀਂ, ਕਰਮ ਕਰਕੇ ਦਿਖਾਉਂਦੀ ਹੈ। ਇਸ ਕਾਰਨ ਲਗਾਤਾਰ ਕੰਮ ਵਿੱਚ ਲੱਗੇ ਰਹੋ। ਸਫਲਤਾ ਹੱਥ ਆਵੇ ਜਾਂ ਫਿਰ ਅਸਫਲਤਾ, ਸਫਲਤਾ ਉੱਤੇ ਪ੍ਰਸੰਨ ਹੋ ਕੇ ਆਪਣੀ ਉન્નਤੀ ਨੂੰ ਹੌਲੀ ਨਾ ਕਰੋ। ਅਸਫਲਤਾ ਤੋਂ ਘਬਰਾ ਕੇ ਜਾਂ ਨਿਰਾਸ਼ ਹੋ ਕੇ ਮੈਦਾਨ ਛੱਡ ਕੇ ਨਾ ਭੱਜੋ। ਆਪਣਾ ਕੰਮ ਲਗਾਤਾਰ ਅੱਗੇ ਵਧਾਉਂਦੇ ਰਹੋ। ਜੋ ਉੱਦਮ ਕਰਦੇ ਹਨ, ਮਿਹਨਤ ਵਿੱਚ ਮਗਨ ਰਹਿੰਦੇ ਹਨ, ਬਰਾਬਰ ਆਪਣੇ ਕਦਮਾਂ ਦਾ ਧਿਆਨ ਰੱਖਦੇ ਹਨ, ਉਹ ਅਵਸ਼ ਜੋ ਵੀ ਇੱਛਾ ਕਰਦੇ ਹਨ ਸਭ ਪਾ ਜਾਇਆ ਕਰਦੇ ਹਨ। ਤੁਸੀਂ ਵੀ ਆਪਣੇ ਆਪ ਨੂੰ ਐਸਾ ਹੀ ਬਣਾਓ। ਸੱਚਮੁੱਚ ਜਦੋਂ ਇੱਕ ਵਾਰ ਤੁਸੀਂ ਸਫਲਤਾ ਪ੍ਰਾਪਤ ਕਰ ਲਵੋਗੇ ਤਾਂ ਤੁਸੀਂ ਇਸ ਦਾ ਮਤਲਬ ਸਮਝ ਸਕੋਗੇ ਅਤੇ ਫਿਰ ਤੁਸੀਂ ਬਰਾਬਰ ਪ੍ਰਗਤੀ ਪਥ ਤੇ ਵੱਧ ਸਕਦੇ ਹੋ। ਆਪਣੇ ਭਾਗ ਦਾ ਤੁਸੀਂ ਖੁਦ ਨਿਰਮਾਣ ਕਰੋ। ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਸੰਕਲਪ ਕਰੋ, ਸ਼ਕਤੀ ਲਗਾ ਦਿਓ, ਤੁਹਾਨੂੰ ਸਭ ਕੁਝ ਮਿਲ ਜਾਵੇਗਾ। ਜ਼ਰੂਰਤ ਧੀਰਜ ਦੀ, ਸਾਹਸ ਦੀ ਅਤੇ ਸਮੇਂ ਦੀ ਹੈ। ਜਦੋਂ ਤੁਸੀਂ ਇਮਾਨਦਾਰੀ ਨਾਲ ਇਸ ਤੇ ਪੂਰਾ ਅਮਲ ਕਰੋਗੇ ਤਾਂ ਤੁਸੀਂ ਸਭ ਕੁਝ ਪਾ ਸਕਦੇ ਹੋ। ਮਨੁੱਖ ਕੀ ਨਹੀਂ ਕਰ ਸਕਦਾ? ਇਮਾਨਦਾਰੀ ਦੇ ਨਾਲ ਕਦੇ ਤੁਸੀਂ ਇਸ ਪ੍ਰਸ਼ਨ ਤੇ ਸੋਚਿਆ ਹੈ? ਦੇਖੋ, ਵਿਚਾਰ ਕਰੋ। ਮਨੁੱਖ ਹੀ ਸੰਸਾਰ ਦੇ ਸਾਰੇ ਪ੍ਰਾਣੀਆਂ ਵਿੱਚੋਂ ਇੱਕਮਾਤਰ ਅਜਿਹਾ ਪ੍ਰਾਣੀ ਹੈ ਜਿਸ ਨੂੰ ਈਸ਼ਵਰ ਜਾਂ ਕੁਦਰਤ ਨੇ ਸਭ ਕੁਝ ਦਿੱਤਾ ਹੈ। ਉਹ ਆਪਣੇ ਕੁਦਰਤੀ ਗੁਣਾਂ ਦੇ ਇਲਾਵਾ ਵੀ ਆਪਣੇ ਕੌਸ਼ਲ ਦੇ ਦੁਆਰਾ ਹੋਰਾਂ ਦੇ ਗੁਣ ਅਪਣਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਸਿਰਫ ਮੱਛੀਆਂ ਹੀ ਪਾਣੀ ਵਿੱਚ ਤੈਰ ਸਕਦੀਆਂ ਹਨ। ਮਨੁੱਖ ਵਿੱਚ ਇਹ ਗੁਣ ਜਨਮਜਾਤ ਨਹੀਂ ਹੈ, ਫਿਰ ਵੀ ਉਹ ਤੈਰਨਾ ਸਿੱਖ ਲੈਂਦਾ ਹੈ। ਉੱਡਣਾ ਪੰਛੀਆਂ ਦਾ ਧਰਮ ਹੈ, ਪਰ ਮਨੁੱਖ ਹਵਾਈ ਜਹਾਜ਼ ਬਣਾ ਕੇ ਉੱਡਣਾ ਸਿੱਖ ਗਿਆ ਹੈ। ਇਸ ਪ੍ਰਕਾਰ ਮਨੁੱਖ ਨੂੰ ਕੁਦਰਤ ਨੇ ਕੁਝ ਇਸ ਪ੍ਰਕਾਰ ਦਾ ਬਣਾਇਆ ਹੈ ਕਿ ਉਹ ਸਭ ਕੁਝ ਕਰ ਸਕਦਾ ਹੈ। ਇਸ ਲਈ ਜਦੋਂ ਕੁਦਰਤ ਤੋਂ ਪ੍ਰਾਪਤ ਸੁਵਿਧਾ ਦਾ ਲਾਭ ਅਸੀਂ ਖੁਦ ਨਹੀਂ ਉਠਾਉਂਦੇ ਹਾਂ ਤਾਂ ਸਾਡੇ ਵਰਗਾ ਮੂਰਖ ਹੋਰ ਕੌਣ ਹੋ ਸਕਦਾ ਹੈ?
ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ। ਇਹ ਸਾਡੀ ਆਪਣੀ ਕਮਜ਼ੋਰੀ ਹੈ ਕਿ ਅਸੀਂ ਉਸ ਸਭ ਨੂੰ ਪਹਿਚਾਣ ਨਹੀਂ ਪਾਉਂਦੇ। ਨਹੀਂ ਤਾਂ ਅਸੀਂ ਜੋ ਕੁਝ ਵੀ ਚਾਹੁੰਦੇ ਹਾਂ ਉਹ ਸਾਡੇ ਨੇੜੇ, ਸਾਡੇ ਚਾਰੇ ਪਾਸੇ ਫਿਰ ਰਿਹਾ ਹੈ। ਅਰਸਤੂ ਨੇ ਇੱਕ ਵਾਰ ਚੌਂਕ ਤੇ ਖੜੇ ਹੋ ਕੇ ਚਲਾ ਕੇ ਕਿਹਾ ਸੀ, ਇਸ ਦੁਨੀਆ ਵਿੱਚ ਸਭ ਕੁਝ ਹੈ, ਜੋ ਚਾਹੋ ਸੋ ਪਾਓ, ਪਰ ਉਸ ਯੋਗ ਖੁਦ ਨੂੰ ਬਣਾਓ। ਅਰਸਤੂ ਨੇ ਕਿਹਾ ਹੈ, ਇਸ ਦੁਨੀਆ ਵਿੱਚ ਸਭ ਕੁਝ ਹੈ, ਜੋ ਕਰਮਹੀਣ ਹਨ ਉਹ ਨਹੀਂ ਪਾਉਂਦੇ ਹਨ। ਸੱਚਮੁੱਚ ਇਹ ਇੱਕ ਸੱਚਾਈ ਹੈ। ਤੁਹਾਨੂੰ ਕੀ ਚਾਹੀਦਾ ਹੈ, ਇਸ ਤੇ ਵਿਚਾਰ ਕਰੋ, ਫਿਰ ਗੰਭੀਰਤਾ ਪੂਰਵਕ ਉਸ ਦੇ ਲਈ ਯੋਜਨਾ ਬਣਾਓ। ਯੋਜਨਾ ਬਣਾ ਕੇ ਉਸ ਤੇ ਅਮਲ ਕਰੋ। ਲਗਾਤਾਰ ਯਤਨਸ਼ੀਲ ਰਹੋ। ਇੱਕ ਦਿਨ ਤੁਸੀਂ ਆਪਣੀ ਇੱਛਾ ਪੂਰਤੀ ਕਰਕੇ ਰਹੋਗੇ। ਕੈਪਟਨ ਸਕਾਟ ਦੀ ਗੱਲ ਲਵੋ, ਕੋਲੰਬਸ ਦੀ ਗੱਲ ਕਰੋ। ਇੱਕ ਧਰੁਵ ਜਾਣਾ ਚਾਹੁੰਦਾ ਸੀ ਤੇ ਇੱਕ ਭਾਰਤ ਦੀ ਖੋਜ ਕਰਨਾ ਚਾਹੁੰਦਾ ਸੀ। ਯੋਜਨਾ ਬਣਾਈ, ਜਹਾਜ਼ ਲਿਆ, ਸਾਥੀ ਲਏ ਤੇ ਚੱਲ ਪਏ। ਸਕਾਟ ਧਰੁਵ ਦੀ ਤਰਫ ਗਿਆ, ਕੋਲੰਬਸ ਸਮੁੰਦਰ ਦੀਆਂ ਲਹਿਰਾਂ ਤੇ। ਦੋਵੇਂ ਰਾਹ ਭਟਕ ਗਏ। ਕੋਲੰਬਸ ਦੇ ਸਾਥੀ ਭੁੱਖੇ ਪਿਆਸੇ। ਕੋਲੰਬਸ ਵਾਪਸ ਪਰਤਣ ਦਾ ਨਾਂ ਨਹੀਂ ਸੀ ਲੈ ਰਿਹਾ। ਸਭ ਨੇ ਉਸ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾਈ। ਅਗਲੇ ਦਿਨ ਕਿਨਾਰਾ ਦਿਖ ਗਿਆ। ਸਭ ਖੁਸ਼ ਹੋ ਗਏ। ਕੋਲੰਬਸ ਅਮਰੀਕਾ ਕਿਨਾਰੇ ਜਾ ਲੱਗਿਆ ਤੇ ਸਕਾਟ ਰਾਹ ਭੁੱਲ ਗਿਆ। ਸਲੇਜ ਗੱਡੀ ਦੇ ਕੁੱਤੇ ਮਰ ਗਏ। ਸਕਾਟ ਵਾਪਸ ਨਹੀਂ ਪਰਤਿਆ। ਦੋਵੇਂ ਆਪਣਾ ਨਿਸ਼ਾਨਾ ਪਾ ਗਏ। ਇੱਕ ਨੇ ਧਰੁਵ ਖੋਜਿਆ, ਦੂਸਰੇ ਨੇ ਅਮਰੀਕਾ। ਇਤਿਹਾਸ ਦੇ ਪੰਨਿਆਂ ਤੇ ਅੱਜ ਵੀ ਉਹਨਾਂ ਦਾ ਗੁਣਗਾਨ ਹੈ। ਜ਼ਰੂਰਤ ਹੈ ਕਰਮ ਦੀ, ਕੰਮ, ਮਿਹਨਤ ਅਤੇ ਹਿੰਮਤ ਦੀ। ਤੁਸੀਂ ਸਭ ਕੁਝ ਪਾ ਸਕਦੇ ਹੋ। ਸਭ ਕੁਝ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ। ਆਪਣੇ ਭਾਗ ਵਿਧਾਤਾ ਤੁਸੀਂ ਖੁਦ ਹੋ। ਤੁਸੀਂ ਆਪਣੇ ਭਾਗ ਖੁਦ ਬਣਾ ਤੇ ਵਿਗਾੜ ਸਕਦੇ ਹੋ। ਇਸ ਲਈ ਮੈਦਾਨ ਵਿੱਚ ਆਓ। ਬਿਨਾਂ ਸੰਘਰਸ਼ ਯੁੱਧ ਦੇ ਕੁਝ ਨਹੀਂ ਮਿਲਦਾ। ਜੇ ਤੁਹਾਡੇ ਕੋਲ ਮਿਹਨਤ ਹੈ, ਸਾਹਸ ਹੈ, ਸਭ ਕੁਝ ਤੁਸੀਂ ਪਾ ਸਕਦੇ ਹੋ। ਜਿਵੇਂ ਕਿ ਜਿਸ ਦੀ ਲਾਠੀ ਉਸ ਦੀ ਮੱਝ, ਮਤਲਬ ਜਿਸ ਦਾ ਕਰਮ ਉਸ ਦਾ ਫਲ। ਤੁਸੀਂ ਖੁਦ ਇਸ ਤੇ ਫੈਸਲਾ ਕਰੋ, ਵਿਚਾਰ ਕਰੋ, ਤੁਹਾਨੂੰ ਸਭ ਮਿਲੇਗਾ। ਆਪਣੇ ਬਲਬੂਤੇ ਤੇ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ। ਸੋ ਦੋਸਤੋ, ਇਹਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।